Hello students, I'm Sufinder Kaur from Department of Economics, GGDST College ਹਰਿਆਣਾ ਹੁਸ਼ਿਆਰਪੁਰ। ਅਸੀਂ ਪਲੈਨਿੰਗ ਦਾ ਟੌਪਿਕ ਕਰ ਰਹੇ ਹਾਂ ਤੇ ਅੱਜ ਅਸੀਂ ਉਸੇ ਪ੍ਰੋਸੈਸ ਲੜੀ ਦੇ ਵਿੱਚ ਆਰਥਿਕ ਨਿਯੋਜਨ ਦੀ ਪ੍ਰਣਾਲੀ ਪ੍ਰੋਸੈਸ ਆਫ ਇਕਨੋਮਿਕ ਪਲੈਨਿੰਗ ਤੇ ਦੂਸਰਾ ਟੌਪਿਕ ਜਿਹੜਾ ਸਫਲ ਨਿਯੋਜਨ ਲਈ ਜਿਹੜੀਆਂ ਪ੍ਰੀ ਰਿਕੁਇਸਟਸ ਹੈਗੀਆਂ ਪੂਰਵ ਸ਼ਰਤਾਂ ਜਿਹੜੀਆਂ ਉਹ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪ੍ਰੋਸੈਸ ਆਫ ਇਕਨੋਮਿਕ ਪਲੈਨਿੰਗ। ਪਲੈਨਿੰਗ ਜਿਹੜੀ ਜਿਸ ਤਰ੍ਹਾਂ ਅਸੀਂ ਕਿਹਾ ਸੀਗਾ, ਇੱਕ ਕੇਂਦਰੀ ਅਧਿਕਾਰੀ ਦੇਸ਼ ਦੇ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ ਨਿਸ਼ਚਿਤ ਸਮੇਂ ਦੇ ਵਿੱਚ ਪੂਰਵ ਨਿਰਧਾਰਿਤ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਆਰਥਿਕ ਤੱਥਾਂ ਨੂੰ ਨਿਯੰਤਰਣ ਕਰਨ ਦਾ ਯਤਨ ਕਰਦਾ। ਆਰਥਿਕ ਨਿਯੋਜਨ ਇੱਕ ਅਜਿਹੀ ਵਿਧੀ ਹੈ ਜਿਸ ਦੇ ਅੰਤਰਗਤ ਕਿਸੇ ਦੇਸ਼ ਦੇ ਸਾਧਨਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਨਿਸ਼ਚਿਤ ਸਮੇਂ ਵਿੱਚ ਆਰਥਿਕ ਵਿਕਾਸ ਦੇ ਨਿਸ਼ਚਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅਤੇ ਅੱਜ ਅਸੀਂ ਪ੍ਰੋਸੈਸ ਕਰ ਰਹੇ ਹਾਂ ਇਕਨੋਮਿਕ ਪਲੈਨਿੰਗ ਦੀ। ਇਹ ਇਕਨੋਮਿਕ ਪਲੈਨਿੰਗ ਜਿਹੜੀ ਇੱਕ ਸੈਂਟਰਲ ਅਥਾਰਟੀ ਕਰਦੀ ਆ, ਸੈੱਟ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਕਰਦੀ ਆ। ਫਿਕਸ ਪੀਰੀਅਡ ਦੇ ਵਿੱਚ ਉਹਨਾਂ ਆਬਜੈਕਟਿਵਸ ਨੂੰ ਉਹਨਾਂ ਦੇਸ਼ਾਂ ਨੂੰ ਅਚੀਵ ਕਰਨ ਦੇ ਲਈ ਕਰਦੀ ਹੈ। ਅਤੇ ਇਹਦੀ ਪ੍ਰੋਸੈਸ ਕੀ ਹੈ? ਸਭ ਤੋਂ ਪਹਿਲਾਂ ਫਾਰਮੂਲੇਸ਼ਨ। ਸਭ ਤੋਂ ਪਹਿਲਾਂ ਨਿਰਮਾਣ ਕੀਤਾ ਜਾਂਦਾ ਕਿਸੇ ਵੀ 5 ਸਾਲਾ ਯੋਜਨਾਵਾਂ, ਜਿਸ ਤਰ੍ਹਾਂ ਅਸੀਂ ਇੰਡੀਆ 'ਚ ਕਰਦੇ ਹਾਂ ਜਾਂ ਹਰੇਕ ਕੰਟਰੀ ਦੇ ਵਿੱਚ ਜਿਹੜੀ ਯੋਜਨਾ ਪ੍ਰਣਾਲੀ ਜਿਹੜੀ ਅਡੋਪਟ ਕੀਤੀ ਗਈ ਹੈ, ਜਿਹੜੀ ਜਿੰਨੇ ਵੀ ਸਾਲ ਦੀ ਉਹ ਯੋਜਨਾ ਬਣਾਉਂਦੇ ਪਏ ਆ, ਸਭ ਤੋਂ ਪਹਿਲਾਂ ਉਸ ਯੋਜਨਾ ਨੂੰ ਭੌਤਿਕ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ, ਵਿੱਤੀ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਦਾ ਡਰਾਫਟ ਤਿਆਰ ਕੀਤਾ ਜਾਂਦਾ। ਇੱਕ ਯੋਜਨਾ ਦਾ ਜਿਹੜਾ ਖਰੜਾ ਆ ਉਹ ਤਿਆਰ ਕੀਤਾ ਜਾਂਦਾ। ਫਿਰ ਇਹ ਨਹੀਂ ਹੈ ਕਿ 5 ਈਅਰ ਪਲਾਨ ਆ ਤਾਂ ਸਾਰੀਆਂ ਤੁਹਾਡੇ ਜਿਹੜੇ ਵੀ ਉਹਦੇ 'ਚ ਉਦੇਸ਼ ਆ 5 ਸਾਲਾਂ 'ਚ ਹੀ ਪੂਰੇ ਕਰਨੇ। ਉਹਦੇ ਵਿੱਚ ਛੋਟੇ ਛੋਟੇ ਸਬ ਪਲਾਨਸ ਜਿਹੜੇ ਉਹ ਵੀ ਹੋਣਗੇ, ਈਅਰਲੀ ਪਲਾਨਸ ਵੀ ਵਿੱਚ ਹੋਣਗੇ। ਇਸ ਲਈ ਉਹ ਪੂਰਾ ਇੱਕ ਜਿਹੜਾ ਖਰੜਾ ਆ ਉਹ ਤਿਆਰ ਕੀਤਾ ਜਾਂਦਾ ਐਂਡ ਉਹ ਖਰੜਾ ਤਿਆਰ ਕਰਨ ਤੋਂ ਬਾਅਦ ਅੱਗੇ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ। ਇਸ ਲਈ ਜਿਹੜਾ ਸਭ ਤੋਂ ਪਹਿਲਾ ਪ੍ਰੋਸੈਸ ਹੈਗੀ ਆ ਪ੍ਰੋਸੈਸ ਆਫ ਇਕਨੋਮਿਕ ਪਲੈਨਿੰਗ ਦੇ ਵਿੱਚ ਪਹਿਲਾ ਪੁਆਇੰਟ ਉਹ ਹੈਗਾ ਯੋਜਨਾ ਵੀ ਜਿਹੜੀ ਵੀ ਤੁਸੀਂ ਬਣਾਉਣ ਜਾ ਰਹੇ ਹੋ ਉਹਦਾ ਖਰੜਾ ਤਿਆਰ ਕਰਨਾ, ਫਿਜ਼ੀਕਲ ਐਂਡ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਨੈਕਸਟ ਹੈਗਾ ਅਡੋਪਟੇਸ਼ਨ। ਜਦੋਂ ਇੱਕ ਵਾਰ ਫਾਰਮੂਲੇਸ਼ਨ ਹੋ ਗਈ, ਜਦੋਂ ਇੱਕ ਵਾਰ ਪਲਾਨ ਬਣ ਗਿਆ, ਪਲਾਨ ਤਿਆਰ ਹੋ ਗਿਆ, ਉਸ ਤੋਂ ਬਾਅਦ ਸਰਕਾਰ ਉਸ ਨੂੰ ਮਨਜ਼ੂਰੀ ਦਿੰਦੀ ਹੈ। ਜਦੋਂ ਸਰਕਾਰ ਦੀ ਮਨਜ਼ੂਰੀ ਆ ਜਾਂਦੀ ਹੈ ਦੈਨ ਉਹ ਕਾਨੂੰਨੀ ਰੂਪ ਧਾਰਨ ਕਰ ਲੈਂਦਾ ਅਤੇ ਫਿਰ ਸਰਕਾਰ 'ਤੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਪੂਰੀ ਜ਼ਿੰਮੇਵਾਰੀ ਆ ਜਾਂਦੀ ਹੈ। ਦੈਨ ਐਗਜ਼ੀਕਿਊਸ਼ਨ ਔਰ ਇੰਪਲੀਮੈਂਟੇਸ਼ਨ। ਪਹਿਲਾਂ ਪਲਾਨ ਫਾਰਮੂਲੇਟ ਕੀਤਾ, ਬਣਾਇਆ, ਉਸ ਤੋਂ ਬਾਅਦ ਉਹਦੀ ਸਰਕਾਰ ਤੋਂ ਮਨਜ਼ੂਰੀ ਲੈ ਕੇ ਉਹਦੀ ਅਡੋਪਟੇਸ਼ਨ ਜਿਹੜੀ ਉਹ ਕੀਤੀ ਗਈ, ਅਡੋਪਟ ਕੀਤਾ ਗਿਆ ਉਸਨੂੰ। ਉਸ ਤੋਂ ਬਾਅਦ ਜਦੋਂ ਇੱਕ ਵਾਰ ਅਡੋਪਟ ਹੋ ਗਿਆ ਫਿਰ ਉਸ ਨੂੰ ਲਾਗੂ ਕਰਨ ਦੀ ਸਾਰੀ ਜ਼ਿੰਮੇਵਾਰੀ ਜਿਹੜੇ ਵੀ ਵਿਭਾਗ ਹੈਗੇ, ਸਰਕਾਰੀ ਵਿਭਾਗ, ਉਹਨਾਂ ਦੇ ਉੱਤੇ ਆ ਜਾਂਦੀ ਹੈ। ਸਰਕਾਰੀ ਵਿਭਾਗਾਂ ਨੂੰ ਇਹ ਦੇ ਦਿੱਤਾ ਜਾਂਦਾ ਕਿ ਇਸ ਨੂੰ ਲਾਗੂ ਕੀਤਾ ਜਾਵੇ। ਸਹਿਯੋਗ ਅਤੇ ਇਮਾਨਦਾਰ ਪ੍ਰਸ਼ਾਸਨ ਜਿਹੜਾ ਉਸ ਦੀ ਜ਼ਰੂਰਤ ਜਿਹੜੀ ਆ ਉਹ ਪੈ ਜਾਂਦੀ ਹੈ ਇਸ ਨੂੰ ਲਾਗੂ ਕਰਨ ਦੇ ਲਈ। ਉਸ ਤੋਂ ਬਾਅਦ ਫਿਰ ਸੁਪਰਵਿਜ਼ਨ ਆਉਂਦੀ ਹੈ। ਯੋਜਨਾ ਨੂੰ ਲਾਗੂ ਕਰਨ ਦੇ ਨਾਲ ਨਾਲ ਇਸ ਦਾ ਨਿਰੀਖਣ ਵੀ ਜ਼ਰੂਰੀ ਹੁੰਦਾ। ਇਹ ਨਹੀਂ ਹੁੰਦਾ ਕਿ ਤੁਸੀਂ ਪਲਾਨ ਆ ਜਿਹੜਾ ਉਹਨੂੰ ਫਾਰਮੂਲੇਟ ਕਰ ਲਿਆ, ਉਹਨੂੰ ਅਡੋਪਟ ਕਰ ਲਿਆ, ਦੈਨ ਜਿਹੜੇ ਤੁਹਾਡੇ ਸਰਕਾਰੀ ਅਧਿਕਾਰੀ ਹੈਗੇ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਵੀ ਕਹਿ ਦਿੱਤਾ ਅਤੇ ਖ਼ਤਮ ਹੋ ਗਿਆ। ਦੈਨ ਸੁਪਰਵਾਈਜ਼ ਕਰਨਾ ਪਏਗਾ ਕਿ ਉਹ ਪਲਾਨ ਜੋ ਤੁਸੀਂ ਤਿਆਰ ਕੀਤਾ ਉਹਦੇ ਅਕੋਰਡਿੰਗ ਕੰਮ ਹੁੰਦਾ ਪਿਆ, ਕਿ ਜਿਹੜੇ ਤੁਸੀਂ ਉਦੇਸ਼ ਉਹਦੇ ਵਿੱਚ ਲਿਖੇ ਆ ਉਹ ਅਚੀਵ ਹੁੰਦੇ ਪਏ ਆ, ਕਿ ਤੁਹਾਡੇ ਜਿਹੜੇ ਅਧਿਕਾਰੀ ਹੈਗੇ ਆ, ਤੁਹਾਡੇ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ, ਕਿ ਉਹ ਉਸ ਪਲਾਨ ਨੂੰ ਠੀਕ ਤਰ੍ਹਾਂ ਦੇ ਨਾਲ ਲਾਗੂ ਕਰਦਾ ਪਿਆ, ਕਿ ਅਸੀਂ ਉਸ ਪਲਾਨ ਦੇ ਵਿੱਚ ਜਿਹੜੇ ਉਦੇਸ਼ ਲਿਖੇ ਸੀ ਉਹ ਪੂਰੇ ਹੋਣਗੇ। ਇਹ ਸਾਰਾ ਜਿਹੜਾ ਸੁਪਰਵਿਜ਼ਨ ਦਾ ਕੰਮ ਆ ਉਸ ਤੋਂ ਬਾਅਦ ਕੀਤਾ ਜਾਂਦਾ। ਇਹ ਹੈਗੀ ਆ ਪ੍ਰੋਸੈਸ ਇਕਨੋਮਿਕ ਪਲੈਨਿੰਗ ਦੀ, ਜਿਹਦੇ ਵਿੱਚ ਪਹਿਲਾਂ ਪਲਾਨ ਨੂੰ ਫਾਰਮੂਲੇਟ ਕੀਤਾ ਜਾਂਦਾ, ਫਿਰ ਅਡੋਪਟ ਕੀਤਾ ਜਾਂਦਾ, ਉਸ ਤੋਂ ਬਾਅਦ ਉਹਨੂੰ ਲਾਗੂ ਕੀਤਾ ਜਾਂਦਾ ਅਤੇ ਦੈਨ ਉਸ ਤੋਂ ਬਾਅਦ ਐਂਡ ਦੇ ਵਿੱਚ ਉਹਦੀ ਸੁਪਰਵਿਜ਼ਨ ਹੈ ਜਿਹੜੀ ਉਹਦਾ ਜਿਹੜਾ ਪੂਰਾ ਨਿਰੀਖਣ ਆ ਉਹ ਕੀਤਾ ਜਾਂਦਾ। ਵੈਸੇ ਵੀ ਨਵਾਂ ਪਲਾਨ ਜਦੋਂ ਅਸੀਂ ਸਟਾਰਟ ਕਰਨਾ ਉਸ ਤੋਂ ਪਹਿਲਾਂ ਪੁਰਾਣੇ ਪਲਾਨ ਦਾ ਪੂਰੀ ਤਰ੍ਹਾਂ ਨਿਰੀਖਣ ਆ ਜਿਹੜਾ ਬਹੁਤ ਜ਼ਰੂਰੀ ਹੋ ਜਾਂਦਾ ਅਤੇ ਇਹ ਯੋਜਨਾ ਅਧਿਕਾਰੀਆਂ ਦੇ ਦੁਆਰਾ ਕੀਤਾ ਜਾਂਦਾ। ਅਤੇ ਅਗਲਾ ਜਿਹੜਾ ਟੌਪਿਕ ਅਸੀਂ ਅੱਜ ਹੀ ਕਰਨ ਜਾ ਰਹੇ ਹਾਂ ਉਹ ਹੈਗਾ ਪ੍ਰੀ ਰਿਕੁਇਸਟਸ ਆਫ ਸਕਸੈਸਫੁਲ ਪਲੈਨਿੰਗ। ਕਿ ਤੁਸੀਂ ਚਾਹੁੰਦੇ ਹੋ ਕਿ ਪਲੈਨਿੰਗ ਸਕਸੈਸਫੁਲ ਹੋਵੇ। ਕਿਉਂਕਿ ਪਲੈਨਿੰਗ ਅਸੀਂ ਇਕਨੋਮਿਕ ਗਰੋਥ ਨੂੰ ਤੇਜ਼ ਕਰਨ ਦੇ ਲਈ, ਗਰੋਥ ਦੇ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ, ਫੁੱਲ ਇੰਪਲਾਇਮੈਂਟ ਦੇ ਆਬਜੈਕਟਿਵ ਨੂੰ ਅਚੀਵ ਕਰਨ ਦੇ ਲਈ, ਪ੍ਰਾਈਸ ਸਟੇਬਿਲਿਟੀ ਦੇ ਲਈ, ਇਕਨੋਮਿਕ ਸਟੇਬਿਲਿਟੀ ਲਈ, ਇਕਨੋਮਿਕ ਗਰੋਥ ਦੇ ਲਈ ਕਰਦੇ ਪਏ ਹਾਂ ਅਤੇ ਐਗਰੀਕਲਚਰਲ, ਇੰਡਸਟਰੀਅਲ, ਟੈਕਸਟਾਈਲ ਸੈਕਟਰ ਦੀ ਗਰੋਥ ਲਈ ਕਰਦੇ ਪਏ ਹਾਂ, ਲੋਕਾਂ ਦੇ ਸਟੈਂਡਰਡ ਆਫ ਲਿਵਿੰਗ ਨੂੰ ਇੰਪਰੂਵ ਕਰਨ ਦੇ ਲਈ ਕਰਦੇ ਪਏ ਹਾਂ। ਅਤੇ ਸਾਡੀ ਕੋਸ਼ਿਸ਼ ਹੁੰਦੀ ਆ, ਹਰੇਕ ਦੇਸ਼ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਪਲਾਨ ਹੈ ਇਹ ਸਕਸੈਸਫੁਲ ਹੋਵੇ। ਅਤੇ ਇਹਦੇ ਲਈ ਕੀ ਪਹਿਲਾਂ ਹੀ ਜ਼ਰੂਰੀ ਆ, ਜੇ ਮਤਲਬ ਸਕਸੈਸਫੁਲ ਹੋਣਾ ਜਾਂ ਨਹੀਂ ਹੋਣਾ, ਇਹ ਤਾਂ ਖੈਰ ਜਦੋਂ ਉਹ ਫੀਲਡ ਦੇ ਵਿੱਚ ਚਲੇ ਜਾਂਦੇ ਹਾਂ ਆਪਾਂ, ਫਿਰ ਡਿਪੈਂਡ ਕਰਦਾ ਕਿ ਉਹਨੂੰ ਕਿੰਨੀ ਕੁ ਸਕਸੈਸ ਸਾਨੂੰ ਉਸ ਪਲਾਨ ਦੇ ਵਿੱਚ ਮਿਲਦੀ ਹੈ। ਪਰ ਫਿਰ ਵੀ ਕੁਝ ਇੱਕ ਪ੍ਰੀ ਰਿਕੁਇਸਟਸ ਪਹਿਲਾਂ ਹੀ ਸ਼ਰਤਾਂ ਹੈਗੀਆਂ ਕਿ ਜੋ ਪੂਰੀਆਂ ਹੁੰਦੀਆਂ
ਤੇ ਉਸ ਤੋਂ ਬਾਅਦ ਉਹ ਪਲਾਨ ਜਿਹੜਾ ਲਾਗੂ ਕੀਤਾ ਜਾਂਦਾ ਤਾਂ ਉਹਦੇ ਸਕਸੈਸਫੁਲ ਹੋਣ ਦੇ, ਉਹਦੇ ਸਫਲ ਹੋਣ ਦੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਹੋ ਜਾਂਦੇ। ਸਭ ਤੋਂ ਪਹਿਲਾਂ ਤਾਂ ਰਿਲਾਏਬਲ ਡਾਟਾ, ਕਿ ਜਦੋਂ ਤੁਸੀਂ ਕੋਈ ਵੀ ਪਲਾਨ ਬਣਾਉਂਦੇ ਹੋ, ਐਗਰੀਕਲਚਰਲ, ਇੰਡਸਟਰੀਅਲ, ਟਰਸ਼ੀਅਲ ਸਾਰੇ ਸੈਕਟਰਸ ਨਾਲ ਰਿਲੇਟਡ ਤੁਸੀਂ ਡਾਟਾ ਜਿਹੜਾ ਕਲੈਕਟ ਕਰਦੇ ਹੋ, ਫਿਰ ਉਹਨਾਂ ਦੇ ਬੇਸ ਦੇ ਉੱਤੇ ਤੁਹਾਡੇ ਕੋਲ ਕਿੰਨੇ ਨੈਚੁਰਲ ਰਿਸੋਰਸਿਸ ਆ, ਤੁਹਾਡੇ ਕੋਲ ਕਿੰਨੇ ਫਿਜ਼ੀਕਲ ਰਿਸੋਰਸਿਸ ਹੈਗੇ ਆ, ਤੁਹਾਡੇ ਕੋਲ ਕਿਹੜੇ ਰਿਸੋਰਸਿਸ ਅਵੇਲੇਬਲ ਹੈਗੇ, ਉਹਨਾਂ ਸਾਰਿਆਂ ਦੇ ਬੇਸ ਦੇ ਉੱਤੇ ਕੀਤਾ ਜਾਂਦਾ। ਹੁਣ ਜਿਹੜਾ ਰਿਸੋਰਸਿਸ ਨਾਲ ਰਿਲੇਟਡ ਡਾਟਾ ਤੁਹਾਡੇ ਕੋਲ ਆ, ਜਿੰਨਾ ਭਰੋਸੇਯੋਗ ਹੋਏਗਾ, ਜਿੰਨਾ ਰਿਲਾਏਬਲ ਹੋਏਗਾ, ਉਨੀ ਸਕਸੈਸ ਮਿਲਣ ਦੇ ਚਾਂਸਿਸ ਆ ਜਿਹੜੇ ਉਹ ਜ਼ਿਆਦਾ ਹੋ ਜਾਣਗੇ। ਨੈਕਸਟ ਹੈਗਾ ਸੂਟੇਬਲ ਇਕਨੋਮਿਕ ਔਰਗਨਾਈਜੇਸ਼ਨ। ਨਿਯੋਜਨ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਇੱਕ ਪੂਰੀ ਇੱਕ ਔਰਗਨਾਈਜੇਸ਼ਨ ਹੋਵੇ, ਜਿਸ ਤਰ੍ਹਾਂ ਅਸੀਂ ਪਹਿਲਾਂ ਕਰ ਖੇਡੇ ਹਾਂ, ਪਲਾਨ ਨੂੰ ਫਾਰਮੂਲੇਟ ਕਰਨਾ, ਦੈਨ ਉਹਨੂੰ ਅੱਗੇ ਉਸ ਤੋਂ ਬਾਅਦ ਅਡੋਪਟ ਕਰਵਾ ਕੇ ਐਗਜ਼ੀਕਿਊਟ ਕਰਵਾਉਣਾ, ਲਾਗੂ ਕਰਵਾਉਣਾ, ਦੈਨ ਉਸ ਤੋਂ ਬਾਅਦ ਉਹਦੀ ਸੁਪਰਵਾਈਜ਼ਨ। ਇਸ ਲਈ ਇੱਕ ਜਿਹੜੀ ਔਰਗਨਾਈਜੇਸ਼ਨ ਆ ਲਾਈਕ ਇੰਡੀਆ ਦੇ ਵਿੱਚ ਨੀਤੀ ਆਯੋਗ ਆ, ਇਸ ਤਰ੍ਹਾਂ ਇੱਕ ਵਧੀਆ ਔਰਗਨਾਈਜੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਇਸ ਸਾਰੇ ਨੂੰ ਲੈ ਕੇ ਡਿਟੇਲ ਦੇ ਵਿੱਚ ਇਹਦੇ 'ਤੇ ਕੰਮ ਕਰੇ। ਉਸ ਤੋਂ ਬਾਅਦ ਪੋਲੀਟੀਕਲ ਸਟੇਬਿਲਿਟੀ ਰਹਿਣਾ ਤੁਹਾਡੇ ਪਲਾਨ ਦੇ ਵਿੱਚ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਪਲਾਨ ਤਿਆਰ ਕਰਦੇ ਹੋ ਆਪਣੀ ਪੋਲੀਟੀਕਲ ਕੰਡੀਸ਼ਨਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਦੇ ਹੋ, ਅਤੇ ਜੇ ਉਹਦੇ ਵਿੱਚ ਸਟੇਬਿਲਿਟੀ ਹੋਏਗੀ ਤਾਂ ਬਿਨਾਂ ਸ਼ੱਕ ਉਹਦੇ ਸਕਸੈਸਫੁਲ ਹੋਣ ਦੇ ਚਾਂਸਿਸ ਆ, ਕਿਉਂਕਿ ਤੁਸੀਂ ਰੱਖਦੇ ਹੋ ਕਿ ਤੁਸੀਂ ਇੰਨੀ ਦੇਰ ਦੇ ਵਿੱਚ ਇੰਨਾ ਗਰੋਥ ਜਿਹੜਾ ਉਹ ਅਚੀਵ ਕਰ ਲਓਗੇ, ਗਰੋਥ ਰੇਟ ਅਚੀਵ ਕਰ ਲਓਗੇ, ਪਰ ਉਹ ਤਾਂ ਹੀ ਰਹੇਗਾ ਜੇ ਤੁਹਾਡੀ ਪੋਲੀਟੀਕਲ ਸਟੇਬਿਲਿਟੀ ਰਹੇ। ਨੈਕਸਟ ਹੈਗਾ ਓਨੈਸਟ ਐਡਮਿਨਿਸਟ੍ਰੇਸ਼ਨ, ਐਫੀਸ਼ੀਐਂਟ ਐਡਮਿਨਿਸਟ੍ਰੇਸ਼ਨ। ਜੇ ਤੁਹਾਡੇ ਜਿਹੜੇ ਅਧਿਕਾਰੀ ਆ, ਕਿਉਂਕਿ ਆਪਾਂ ਪਲਾਨ ਨੂੰ ਫਾਰਮੂਲੇਟ ਕੀਤਾ, ਦੈਨ ਉਸ ਤੋਂ ਅਡੋਪਟ ਕੀਤਾ, ਉਸ ਤੋਂ ਬਾਅਦ ਉਹਦੀ ਜਿਹੜੀ ਆ ਐਗਜ਼ੀਕਿਊਸ਼ਨ ਆਉਂਦੀ ਹੈ, ਇੰਪਲੀਮੈਂਟੇਸ਼ਨ ਆਉਂਦੀ ਹੈ। ਇੰਪਲੀਮੈਂਟੇਸ਼ਨ ਕਰਨ ਦੇ ਲਈ ਤੁਹਾਡੇ ਜਿਹੜੇ ਯੋਜਨਾ ਅਧਿਕਾਰੀ ਆ, ਤੁਹਾਡੇ ਜਿਹੜੇ ਐਡਮਿਨਿਸਟ੍ਰੇਟਿਵਸ ਹੈਗੇ ਆ, ਉਹ ਸਾਰੇ ਜਿਹੜੇ ਆ ਐਫੀਸ਼ੀਐਂਟ ਹੋਣੇ ਚਾਹੀਦੇ ਆ, ਓਨੈਸਟ ਹੋਣੇ ਚਾਹੀਦੇ ਆ। ਜਿੰਨੇ ਐਫੀਸ਼ੀਐਂਟ ਓਨੈਸਟ ਹੋਣਗੇ, ਪਲਾਨ ਦੇ ਸਕਸੈਸ ਹੋਣ ਦੇ ਉਹਦੇ ਚਾਂਸਿਸ ਆ ਜਿਹੜੇ ਉਹ ਮੈਕਸੀਮਮ ਹੋਣਗੇ, ਵੱਧ ਜਾਣਗੇ। ਉਸ ਤੋਂ ਬਾਅਦ ਫਿਕਸੇਸ਼ਨ ਆਫ ਟਾਰਗੇਟਸ ਐਂਡ ਪ੍ਰਾਇਓਰਟੀਜ਼। ਓਬਜੈਕਟਿਵਸ ਤਾਂ ਬਹੁਤ ਸਾਰੇ ਆ, ਲਾਈਕ ਇਕਨੋਮਿਕ ਗਰੋਥ, ਇਕਨੋਮਿਕ ਡਿਵੈਲਪਮੈਂਟ, ਫੁੱਲ ਇੰਪਲਾਇਮੈਂਟ, ਪ੍ਰਾਈਸ ਸਟੇਬਿਲਿਟੀ, ਐਕਸਚੇਂਜ ਸਟੇਬਿਲਿਟੀ, ਸਟੈਂਡਰਡ ਆਫ ਲਿਵਿੰਗ ਦੇ ਵਿੱਚ ਇੰਪਰੂਵਮੈਂਟ, ਇਨਫਰਾਸਟਰਕਚਰ ਦੀ ਡਿਵੈਲਪਮੈਂਟ, ਇੰਡਸਟਰੀਅਲ, ਟਰਸ਼ੀਅਰ, ਐਗਰੀਕਲਚਰਲ ਡਿਵੈਲਪਮੈਂਟ। ਬਟ ਇਹਦੇ ਵਿੱਚੋਂ ਕਿਹੜਾ ਓਬਜੈਕਟਿਵ ਆ ਜਿਹੜਾ ਤੁਸੀਂ ਪਹਿਲਾਂ ਅਚੀਵ ਕਰਨਾ ਚਾਹੁੰਦੇ ਆ, ਇਹਦੇ ਲਈ ਪ੍ਰਾਇਓਰਟੀਜ਼ ਆ ਜਿਹੜੀਆਂ, ਉਹ ਟਾਰਗੇਟਸ ਆ ਜਿਹੜੇ ਉਹ ਫਿਕਸ ਕੀਤੇ ਜਾਣੇ ਜ਼ਰੂਰੀ ਆ, ਔਰ ਉਹ ਇਸੇ ਤਰ੍ਹਾਂ ਫਿਕਸ ਕੀਤੇ ਜਾਣ ਫੀਲਡ ਦੇ ਵਿੱਚ ਆ ਕੇ ਪ੍ਰੈਕਟੀਕਲ ਸੋਚ ਨੂੰ ਅਡੋਪਟ ਕਰਦੇ ਹੋਏ, ਕਿ ਜਿਹੜਾ ਓਬਜੈਕਟਿਵ ਆਪਾਂ ਪਹਿਲਾਂ ਅਚੀਵ ਕਰ ਸਕਦੇ ਹਾਂ ਉਸ ਨੂੰ ਅਚੀਵ ਕਰਨ ਦੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਉਹ ਪ੍ਰਾਇਓਰਟੀ ਹੋਣੀ ਚਾਹੀਦੀ ਹੈ। ਪ੍ਰੋਪਰ ਬੈਲੈਂਸ ਜਿਹੜਾ ਉਹ ਰਹਿਣਾ ਚਾਹੀਦਾ। ਪ੍ਰੋਪਰ ਬੈਲੈਂਸ ਦੇ ਵਿੱਚ ਇਹ ਆ ਕਿ ਇਹ ਨਾ ਹੋਵੇ ਕਿ ਇੱਕ ਸੈਕਟਰ ਤੁਹਾਡਾ ਜ਼ਿਆਦਾ ਜਿਹੜਾ ਡਿਵੈਲਪ ਕਰ ਜਾਏ, ਤੁਹਾਡੇ ਸਾਰੇ ਸੈਕਟਰਸ ਐਗਰੀਕਲਚਰਲ, ਇੰਡਸਟਰੀਅਲ, ਟਰਸ਼ੀ ਸਾਰੇ ਸੈਕਟਰਸ ਜਿਹੜੇ ਆ, ਪ੍ਰਾਈਵੇਟ ਸੈਕਟਰ, ਪਬਲਿਕ ਸੈਕਟਰ ਇਕੱਠੇ ਜਿਹੜੇ ਡਿਵੈਲਪ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਪਬਲਿਕ ਕੋਆਪਰੇਸ਼ਨ ਜ਼ਰੂਰੀ ਆ। ਕਿਸੇ ਵੀ ਯੋਜਨਾ ਦੀ ਸਫਲਤਾ ਲਈ ਜ਼ਰੂਰੀ ਆ ਕਿ ਪਬਲਿਕ ਜਿਹੜੀ ਆ ਉਹ ਕੋਆਪਰੇਟ ਕਰੇ। ਜੇ ਪਬਲਿਕ ਕੋਆਪਰੇਟ ਨਹੀਂ ਕਰੇਗੀ ਤਾਂ ਜਿਹੜੀ ਸਫਲਤਾ ਉਹਦੇ ਚਾਂਸਿਸ ਘੱਟ ਜਾਣਗੇ, ਕਿਸੇ ਵੀ ਪਲਾਨ ਦੀ ਸਫਲਤਾ ਦੇ ਚਾਂਸਿਸ। ਉਸ ਤੋਂ ਬਾਅਦ ਥਿਊਰੀ ਆਫ ਕੰਜੰਪਸ਼ਨ, ਤੇ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਕੰਜੰਪਸ਼ਨ ਦੀ ਥਿਊਰੀ ਹੋਵੇ, ਕਿਉਂਕਿ ਜੇ ਕੰਜੰਪਸ਼ਨ ਵਧੇਗੀ ਤਾਂ ਬਿਨਾਂ ਸ਼ੱਕ ਡਿਮਾਂਡ ਜਦੋਂ ਵੱਧਦੀ ਹੈ, ਕੰਜੰਪਸ਼ਨ ਵਧੇਗੀ, ਪ੍ਰੋਡਕਸ਼ਨ ਵਧਾਉਣ ਲਈ ਜਾਵਾਂਗੇ, ਜਦੋਂ ਪ੍ਰੋਡਕਸ਼ਨ ਵਧਾਉਣ ਦੀ ਕੋਸ਼ਿਸ਼ ਹੋਏਗੀ ਇਨਵੈਸਟਮੈਂਟ ਵਧੇਗੀ, ਦੈਨ ਇੰਪਲਾਇਮੈਂਟ ਵਧੇਗੀ, ਦੈਨ ਉਹਦੇ ਨਾਲ ਤੁਹਾਡੀ ਇਕਨੋਮਿਕ ਗਰੋਥ ਦਾ ਜਿਹੜਾ ਓਬਜੈਕਟਿਵ ਆ, ਜਿਹੜਾ ਤੁਹਾਡਾ ਪਲੈਨਿੰਗ ਦਾ ਮੇਨ ਜਿਹੜਾ ਪਰਪਸ ਆ ਉਹ ਸੋਲਵ ਹੋ ਜਾਏਗਾ। ਇਹ ਸੀ ਉਹ ਪਹਿਲਾਂ ਉਹ ਕੰਡੀਸ਼ਨਸ ਜਿਹੜੀਆਂ ਜੇ ਅਸੀਂ ਫੁੱਲਫਿਲ ਕਰਦੇ ਹਾਂ ਤਾਂ ਸਾਡੇ ਪਲਾਨ ਦੇ ਸਫਲ ਹੋਣ ਦੇ ਚਾਂਸਿਸ ਜਿਹੜੇ ਆ ਉਹ ਬਹੁਤ ਵੱਧ ਜਾਂਦੇ ਆ। ਥੈਂਕ ਯੂ।